प्यारे विद्यार्थियों, पहली वीडियो ਦੇ ਵਿੱਚ ਅਸੀਂ 1 ਤੋਂ ਲੈ ਕੇ 25 ਮੁਹਾਵਰੇ ਕਰ ਚੁੱਕੇ ਹੋਏ ਹਾਂ। ਹੁਣ ਅਸੀਂ ਕਰਨ ਜਾ ਰਹੇ ਹਾਂ ਉਸ ਤੋਂ ਅਗਲੇ 25 ਮੁਹਾਵਰੇ। ਆਓ ਪੜ੍ਹੀਏ। ਕੁੱਜੇ ਵਿੱਚ ਸਮੁੰਦਰ ਬੰਦ ਕਰਨਾ, ਵੱਡੀ ਸਾਰੀ ਗੱਲ ਨੂੰ ਥੋੜੇ ਸ਼ਬਦਾਂ ਵਿੱਚ ਮੁਕਾ ਦੇਣਾ। ਚੰਗਾ ਪੱਤਰਕਾਰ ਬਣਨ ਲਈ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੀ ਸਮਰੱਥਾ ਦਾ ਹੋਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਖਾਕ ਛਾਣਦੇ ਫਿਰਨਾ, ਬਹੁਤ ਮਿਹਨਤ ਕਰਨੀ। ਕਈ ਵਿਅਕਤੀ ਪਹਿਲਾਂ ਤਾਂ ਮਾਂ-ਪਿਓ ਦੇ ਸਿਰ ਤੇ ਐਸ਼ਾਂ ਕਰਦੇ ਹਨ, ਪਰ ਜਦੋਂ ਜ਼ਿੰਮੇਵਾਰੀ ਸਿਰ ਪੈਂਦੀ ਹੈ ਤਾਂ ਖਾਕ ਛਾਣਦੇ ਫਿਰਦੇ ਹਨ। ਖੂਹ ਨਿਖੁੱਟ ਜਾਣੇ, ਧਨ ਮੁੱਕ ਜਾਣਾ। ਪੁੱਤਰ, ਭਾਵੇਂ ਤੇਰੇ ਪਿਤਾ ਜੀ ਬਹੁਤ ਜਾਇਦਾਦ ਹੈ, ਪਰ ਤੂੰ ਖੁਦ ਵੀ ਕੁਝ ਕੰਮ ਕਰਿਆ ਕਰ। ਵਿਹਲੇ ਬੈਠ ਕੇ ਖਾਦਿਆਂ ਤਾਂ ਖੂਹ ਵੀ ਨਿਖੁੱਟ ਜਾਂਦੇ ਹਨ, ਮਾਤਾ ਜੀ ਨੇ ਉਸ ਨੂੰ ਸਮਝਾਉਂਦਿਆਂ ਕਿਹਾ। ਖੂਨ ਸਫੈਦ ਹੋਣਾ, ਰਿਸ਼ਤਿਆਂ ਦੇ ਵਿੱਚ ਮੋਹ ਪਿਆਰ ਨਾ ਰਹਿਣਾ। ਖੂਨ ਦੇ ਰਿਸ਼ਤਿਆਂ ਵਿੱਚ ਵੀ ਮੋਹ ਪਿਆਰ ਨਹੀਂ ਰਿਹਾ। ਅਜੋਕੇ ਸਮੇਂ 'ਚ ਸਕੇ ਭੈਣ ਭਰਾਵਾਂ ਦਾ ਵੀ ਖੂਨ ਸਫੈਦ ਹੋ ਗਿਆ ਹੈ। ਖੇ ਉਡਾਉਣੀ, ਬਦਨਾਮੀ ਕਰਨੀ। ਸਾਡੇ ਗਵਾਂਢੀਆਂ ਦੇ ਮੁੰਡੇ ਨੇ 10 ਸਾਲਾਂ ਤੋਂ ਚੋਰੀਆਂ ਕਰਕੇ ਜੋ ਖੇ ਉਡਾਈ ਹੈ, ਉਸ ਨਾਲ ਉਸਦਾ ਸਾਰਾ ਟੱਬਰ ਹੀ ਰੁੱਲ ਗਿਆ ਹੈ। ਖੰਭ ਲਾ ਕੇ ਉੱਡ ਜਾਣਾ, ਗੁੰਮ ਹੋ ਜਾਣਾ। ਸਮਾਜ ਵਿੱਚ ਕੁਕਰਮ ਮਤਲਬ ਮਾੜੇ ਜਿਹੜੇ ਕੰਮ ਨੇ ਇੰਨੇ ਵੱਧ ਰਹੇ ਹਨ ਕਿ ਇਉਂ ਜਾਪਦਾ ਹੈ ਜਿਵੇਂ ਨੈਤਿਕਤਾ ਦਾ ਖੰਭ ਲਾ ਕੇ ਹੀ ਉੱਡ ਗਈ ਹੈ। ਖਾਨਾ ਖਰਾਬ ਹੋਣਾ, ਮੱਤ ਮਾਰੀ ਜਾਣੀ। ਅਵਤਾਰ ਸਿੰਘ ਦਾ ਨਵਾਂ ਨੌਕਰ ਉਸਦੇ ਘਰੋਂ ਸਾਰੇ ਗਹਿਣੇ ਤੇ ਨਕਦੀ ਲੈ ਕੇ ਭੱਜ ਗਿਆ, ਜਿਸ ਨਾਲ ਉਸਦਾ ਖਾਨਾ ਹੀ ਖਰਾਬ ਹੋ ਗਿਆ। ਗੱਚ ਹੋਣਾ, ਬਿਲਕੁਲ ਗਿੱਲਾ ਹੋਣਾ। ਕੱਲ ਸਕੂਲੋਂ ਛੁੱਟੀ ਹੋਣ ਵੇਲੇ ਇੰਨਾ ਤੇਜ਼ ਮੀਂਹ ਆਇਆ ਕਿ ਘਰ ਤੱਕ ਪਹੁੰਚਦਿਆਂ ਮੇਰੇ ਸਾਰੇ ਕੱਪੜੇ ਗੱਚ ਹੋ ਗਏ। ਗੱਚ ਭਰ ਆਉਣਾ, ਦਿਲ ਭਰ ਆਉਣਾ। ਪੜ੍ਹਨ ਦੀ ਉਮਰ ਵਿੱਚ ਛੋਟੇ ਬੱਚਿਆਂ ਨੂੰ ਮਜ਼ਦੂਰੀ ਕਰਦੇ ਵੇਖ ਕੇ ਮੱਲੋ ਮੱਲੀ ਗੱਚ ਭਰ ਆਉਂਦਾ ਹੈ। ਗੱਲ ਪੰਜਾਲੀ ਪਾ ਦੇਣਾ, ਜੰਜਾਲ ਵਿੱਚ ਫਸਾ ਦੇਣਾ। ਬਿੱਟੂ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੈ, ਉਸਨੂੰ ਪੜ੍ਹ ਲਿਖ ਕੇ ਆਪਣੇ ਪੈਰਾਂ 'ਤੇ ਖੜੀ ਹੋਣ ਦਿਓ। ਛੋਟੀ ਉਮਰ 'ਚ ਵਿਆਹ ਕਰਕੇ ਉਸਦੇ ਗਲ ਪੰਜਾਲੀ ਨਾ ਪਾਓ, ਬਿੱਟੂ ਦੀ ਅਧਿਆਪਕਾ ਨੇ ਉਸਦੇ ਪਿਤਾ ਮਾਤਾ ਜੀ ਨੂੰ ਸਮਝਾਇਆ। ਗਲੀਆਂ ਦੇ ਕੱਖਾਂ ਨਾਲੋਂ ਹੌਲੇ ਹੋਣਾ, ਕੋਈ ਸਤਿਕਾਰ ਨਾ ਰਹਿਣਾ। ਗਰੀਬ ਦਾਸ ਦਾ ਰਿਸ਼ਵਤ ਨਾਲ ਕਮਾਇਆ ਧਨ ਖਤਮ ਹੋ ਗਿਆ ਹੈ, ਹੁਣ ਉਸਨੂੰ ਕੋਈ ਨਹੀਂ ਪੁੱਛਦਾ। ਉਸਦੀ ਹਾਲਤ ਤਾਂ ਗਲੀਆਂ ਦੇ ਕੱਖਾਂ ਨਾਲੋਂ ਵੀ ਹੌਲੀ ਹੋ ਗਈ ਹੈ। ਘਿਓ ਸ਼ੱਕਰ ਹੋਣਾ, ਆਪੋ ਵਿੱਚ ਘੁਲ ਮਿਲ ਜਾਣਾ। ਸੋਨੀਆ ਅਤੇ ਉਸਦੀ ਭਰਜਾਈ ਦੋਵੇਂ ਇੰਨਾ ਘਿਓ ਸ਼ੱਕਰ ਹੋ ਕੇ ਰਹਿੰਦੀਆਂ ਹਨ ਕਿ ਵੇਖਣ ਵਾਲੇ ਦੋਹਾਂ ਨੂੰ ਸਕੀਆਂ ਭੈਣਾਂ ਹੀ ਸਮਝਦੇ ਹਨ। ਚਟਮ ਕਰ ਜਾਣਾ, ਕੋਈ ਚੀਜ਼ ਸਾਰੀ ਖਾ ਜਾਣਾ। ਮੇਰੀ ਮਾਤਾ ਜੀ ਨੇ ਹੋਸਟਲ ਵਿੱਚ ਰਹਿੰਦੀ ਮੇਰੀ ਵੱਡੀ ਭੈਣ ਪ੍ਰਭਜੋਤ ਕੌਰ ਨੂੰ ਕਾਫੀ ਸਾਰੀਆਂ ਖੋਏ ਦੀਆਂ ਪਿੰਨੀਆਂ ਬਣਾ ਕੇ ਦਿੱਤੀਆਂ। ਉਸ ਦੀਆਂ ਸਹੇਲੀਆਂ ਨੇ ਸਾਰੀਆਂ ਪਿੰਨੀਆਂ 2 ਦਿਨਾਂ ਵਿੱਚ ਹੀ ਚਟਮ ਕਰ ਦਿੱਤੀਆਂ। ਚਿੱਕੜ ਵਿੱਚ ਕਵਲ ਹੋਣਾ, ਮਾਮੂਲੀ ਥਾਂ ਤੇ ਚੰਗੀ ਚੀਜ਼ ਦਾ ਹੋਣਾ। ਉੱਘਾ ਸਾਹਿਤਕਾਰ, ਪੱਤਰਕਾਰ ਅਤੇ ਸਮਾਜ ਸੁਧਾਰਕ ਗਿਆਨੀ ਦਿੱਤ ਸਿੰਘ ਆਪਣੇ ਇਹਨਾਂ ਗੁਣਾਂ ਕਾਰਨ ਹੀ ਜਿਵੇਂ ਚਿੱਕੜ ਵਿੱਚ ਉੱਗੇ ਕਵਲ ਵਾਂਗ ਸੀ। ਚਿੜੀ ਨਾ ਫਟਕਣਾ, ਸ਼ਾਂਤੀ ਹੋਣੀ, ਕੋਈ ਨੇੜੇ ਨਾ ਆਉਣਾ। ਬੋਰਡ ਪ੍ਰੀਖਿਆਵਾਂ ਲਈ ਕੇਂਦਰ ਬਣੀ ਇਸ ਸਕੂਲ ਦੀ ਇਮਾਰਤ ਨੇੜੇ ਪ੍ਰੀਖਿਆ ਦੇ ਸਮੇਂ ਦੌਰਾਨ ਚਿੜੀ ਵੀ ਨਹੀਂ ਫਟਕਣੀ। ਢਿੱਲੀ ਹੋਣਾ, ਤਬੀਅਤ ਖਰਾਬ ਹੋਣਾ। ਸੋਨੀਆ ਨਾ ਹਰੀਆਂ ਸਬਜ਼ੀਆਂ ਖਾਂਦੀ ਹੈ ਤੇ ਨਾ ਫਲ ਖਾਣੇ ਪਸੰਦ ਕਰਦੀ ਹੈ, ਬਸ ਨੂਡਲਸ ਤੇ 버ਗਰ ਖਾਣੇ ਹੀ ਉਸਨੂੰ ਚੰਗੇ ਲੱਗਦੇ ਹਨ, ਤਾਂ ਹੀ ਤਾਂ ਉਹ ਹਰ ਰੋਜ਼ ਢਿੱਲੀ ਰਹਿੰਦੀ ਹੈ। ਛੱਤ ਸਿਰ ਤੇ ਚੁੱਕ ਲੈਣੀ, ਬਹੁਤ ਰੌਲਾ ਪਾਉਣਾ।
ਘੰਟੀ ਵੱਜਣ ਤੇ ਅਧਿਆਪਕਾ ਜੀ ਨੂੰ ਇੱਕ ਸ਼੍ਰੇਣੀ ਤੋਂ ਦੂਜੀ ਸ਼੍ਰੇਣੀ ਦੇ ਕਮਰੇ ਤੱਕ ਪਹੁੰਚਦਿਆਂ ਮਸਾਂ 2-3 ਮਿੰਟ ਲੱਗਦੇ ਹਨ, ਪਰ ਇੰਨੀ ਦੇਰ ਵਿੱਚ ਹੀ ਸ਼ਰਾਰਤੀ ਬੱਚੇ ਛੱਤ ਸਿਰ ਤੇ ਚੁੱਕ ਲੈਂਦੇ ਹਨ। ਸ਼ਾਈ ਮਾਈ ਹੋ ਜਾਣਾ, ਲੁਕ ਜਾਣਾ, ਛੁਪ ਜਾਣਾ। ਜਿਉਂ ਹੀ ਬਿੱਲੀ ਨੇ ਮਿਆਉਂ ਮਿਆਉਂ ਕੀਤਾ, ਚੂਹੇ ਸਕਿੰਟਾਂ ਵਿੱਚ ਹੀ ਸ਼ਾਈ ਮਾਈ ਹੋ ਗਏ। ਛਿੱਤਰ ਘੋਸੜਾ ਖੋਸੜਾ ਹੋਣਾ, ਆਪਸ ਵਿੱਚ ਲੜਨਾ। ਸੁਰਿੰਦਰ ਦਾ ਸੁਭਾਅ ਬਹੁਤ ਕੌੜਾ ਹੈ। ਅੱਗੋਂ ਨਿੱਕੀ ਨਿੱਕੀ ਗੱਲ ਤੇ ਉਸਦਾ ਗਵਾਂਢੀ ਦੇਵਰਾਜ ਵੀ ਘੱਟ ਨਹੀਂ। ਦੋਵੇਂ ਆਪਸ ਵਿੱਚ ਛਿੱਤਰ ਖੋਸੜਾ ਹੁੰਦੇ ਰਹਿੰਦੇ ਹਨ। ਜਸ ਦਾ ਟਿੱਕਾ ਲੈਣਾ, ਵਡਿਆਈ ਮਿਲਣਾ। ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਹਮੇਸ਼ਾ ਜਸ ਦਾ ਟਿੱਕਾ ਮਿਲਦਾ ਹੈ। ਜ਼ਮੀਨ ਅਸਮਾਨ ਦੇ ਕਲਾਬੇ ਮੇਲ ਦੇਣੇ, ਬੇਅੰਤ ਝੂਠੀਆਂ ਗੱਲਾਂ ਆਖਣੀਆਂ। ਜਿਸ ਦਿਨ ਤੋਂ ਤੂੰ ਗੁਰਮੀਤ ਦੇ ਮੂੰਹੋਂ ਉਸਦੇ ਵਿਦੇਸ਼ ਗਏ ਪੁੱਤਰ ਦੀਆਂ ਗੱਲਾਂ ਸੁਣੀਆਂ ਹਨ, ਉਸ ਦਿਨ ਤੋਂ ਹੀ ਤੂੰ ਵਿਦੇਸ਼ ਜਾਣ ਦਾ ਰੌਲਾ ਪਾ ਰਿਹਾ ਹੈ। ਉਸ ਦੀਆਂ ਗੱਲਾਂ ਸੱਚਾਈ ਤੋਂ ਕੋਹਾਂ ਦੂਰ ਹਨ। ਉਹ ਤਾਂ ਜ਼ਮੀਨ ਅਸਮਾਨ ਦੇ ਕਲਾਬੇ ਮੇਲਣ ਵਿੱਚ ਮਾਹਿਰ ਹੈ, ਪਿਤਾ ਨੇ ਪੁੱਤਰ ਨੂੰ ਸਮਝਾਉਂਦਿਆਂ ਕਿਹਾ। ਜਿਉਣਾ ਦੁੱਭਰ ਹੋਣਾ, ਬੜੀ ਔਖ ਨਾਲ ਦਿਨ ਬਿਤਾਉਣਾ। ਦਿਨੋਂ ਦਿਨ ਵੱਧ ਰਹੀ ਮਹਿੰਗਾਈ ਕਾਰਨ ਲੋਕਾਂ ਲਈ ਜਿਉਣਾ ਦੁੱਭਰ ਹੋ ਰਿਹਾ ਹੈ। ਜੀਭ ਤੇ ਜਿੰਦਰਾ ਲਾਉਣਾ, ਚੁੱਪ-ਚਾਪ ਰਹਿਣਾ। ਕਮਜ਼ੋਰ ਧਿਰ ਨੂੰ ਜੀਭ ਤੇ ਜਿੰਦਰਾ ਲਾ ਕੇ ਤਾਕਤਵਰ ਧਿਰ ਦੇ ਜ਼ੁਲਮ ਸਹਿਣ ਨਹੀਂ ਕਰਨੇ ਚਾਹੀਦੇ, ਸਗੋਂ ਇਹਨਾਂ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ। ਜ਼ੁਬਾਨ ਪੂਰੀ ਕਰਨਾ, ਕਹੀ ਗੱਲ ਨਿਭਾਉਣੀ। ਗੁਰਨੂਰ ਨੇ 10ਵੀਂ ਸ਼੍ਰੇਣੀ ਦੀ ਮੈਰਿਟ ਸੂਚੀ ਵਿੱਚ ਵਧੀਆ ਸਥਾਨ ਪ੍ਰਾਪਤ ਕਰ ਲਿਆ ਹੈ। ਹੁਣ ਤੁਸੀਂ ਵੀ ਆਪਣੀ ਜ਼ੁਬਾਨ ਪੂਰੀ ਕਰੋ। ਆਪਣੀ ਧੀ ਨੂੰ ਕੰਪਿਊਟਰ ਲੈ ਕੇ ਦਿਓ, ਗੁਰਨੂਰ ਦੇ ਮਾਤਾ ਜੀ ਨੇ ਉਸਦੇ ਪਿਤਾ ਜੀ ਨੂੰ ਕਿਹਾ। ਝਾਂਸੇ ਵਿੱਚ ਆਉਣਾ, ਕਿਸੇ ਦੇ ਦਿੱਤੇ ਲਾਲਚ ਜਾਂ ਗੱਲਾਂ ਵਿੱਚ ਫਸ ਜਾਣਾ। ਅਮਨ, ਜੇ ਤੂੰ ਵਿਦੇਸ਼ ਜਾਣਾ ਹੀ ਚਾਹੁੰਦੀ ਹੈ ਤਾਂ ਸਹੀ ਢੰਗ ਨਾਲ ਜਾਣ ਦਾ ਯਤਨ ਕਰ। ਐਵੇਂ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਕਿਤੇ ਆਪਣੇ ਪੱਲੇ ਦੀ ਪੂੰਜੀ ਵੀ ਨਾ ਗਵਾ ਬੈਠੀ, ਅਮਨ ਨੂੰ ਉਸਦੇ ਅਧਿਆਪਕ ਨੇ ਸਮਝਾਇਆ।